ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਮੈਂ ਤੇ ਡਾਕਟਰ ਅਮਰ ਸਿੰਘ ਆਜ਼ਾਦ ਅੱਜ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੀ ਜਿਹੜੀ ਚਰਚਾ ਹੈ ਜਦੋਂ ਇਹ ਖਤਮ ਹੋਏਗੀ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਬਹੁਤ ਕੁਝ ਹਾਸਲ ਹੋਣ ਵਾਲਾ ਹੈ, ਕਿਉਂਕਿ ਇਹ ਇੱਕ ਅਜਿਹੀ ਚਰਚਾ ਹੈ ਜਿਸ ਦੇ ਨਾਲ ਗਾਹੇ ਬਗਾਹੇ ਕੋਈ ਨਾ ਕੋਈ ਵਿਅਕਤੀ ਜਿਹੜਾ ਉਹ ਜ਼ਰੂਰ ਜੁੜਿਆ ਹੋਇਆ, ਚਾਹੇ ਉਸ ਨੂੰ ਤਕਲੀਫ ਹੁੰਦੀ ਹੈ ਤੇ ਚਾਹੇ ਉਸ ਤਕਲੀਫ ਤੋਂ ਬਾਹਰ ਹੈ ਜਾਂ ਉਹ ਹਾਲੇ ਤਕਲੀਫ ਤੋਂ ਅਣਜਾਣ ਹੈ। ਇਸ ਤਕਲੀਫ ਦੇ ਨਾਲ, ਇਸ ਸਮੱਸਿਆ ਦੇ ਨਾਲ ਜਿਹੜਾ ਉਹ ਤਕਰੀਬਨ ਹਰ ਇੱਕ ਵਿਅਕਤੀ ਜਿਹੜਾ ਉਹ ਜੁੜਿਆ ਹੈ, ਹਰ ਦੂਜਾ ਤੀਜਾ ਵਿਅਕਤੀ ਜੁੜਿਆ ਹੈ ਆਪਾਂ ਕਹਿ ਸਕਦੇ ਹਾਂ। ਤੇ ਕੀ ਹੈ ਉਹ ਤਕਲੀਫ, ਕੀ ਹੈ ਉਹ ਸਮੱਸਿਆ, ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪੋਲਿਪਸ ਇਹਨੂੰ ਆਪਾਂ ਜੇ ਮੈਡੀਕਲ ਟਰਮਸ ਦੇ ਵਿੱਚ ਤਾਂ ਆਪਾਂ ਇਹਨੂੰ ਪੋਲਿਪਸ ਹੀ ਕਹਿੰਦੇ ਹਾਂ, ਤੇ ਥੋੜ੍ਹਾ ਜਿਹਾ ਆਸਾਨ ਭਾਸ਼ਾ ਦੇ ਵਿੱਚ ਆਪਾਂ ਜੇ ਦਰਸ਼ਕਾਂ ਨੂੰ ਸਮਝਾਉਣਾ ਸ਼ੁਰੂ ਕਰੀਏ ਤੇ ਕੀ ਹੁੰਦੀਆਂ ਨੇ ਪੋਲਿਪਸ ਤੇ ਕਿਉਂ ਇਹ ਬਣ ਜਾਂਦੀਆਂ ਨੇ? ਚਲੋ ਜੀ, ਟੈਕਨੀਕਲੀ ਪੋਲਿਪ ਦਾ ਮਤਲਬ ਹੁੰਦਾ ਕਿ ਪਾਣੀ ਵਾਲੀ ਗੱਠ, ਯਾਨੀ ਕਿ ਜੇ ਪਾਣੀ ਭਰਿਆ ਹੋਵੇ ਅੰਦਰ, ਪਾਣੀ ਵਾਲੀਆਂ ਗੱਠਾਂ। ਸਿਸਟ ਥੋੜ੍ਹਾ ਜਿਹਾ ਵੱਖਰਾ ਹੋ ਜਾਂਦਾ, ਸਿਸਟ ਦੇ ਅੰਦਰ ਪਾਣੀ ਨਹੀਂ ਹੁੰਦਾ ਲੇਕਿਨ ਉਹਦੇ ਅੰਦਰ ਸੋਲਿਡ ਮਟੀਰੀਅਲ ਹੁੰਦਾ। ਜਿਹੜਾ ਦੂਜੀ ਗੱਠ ਹੈ ਬਿਨਾਂ ਦੇ ਅੰਦਰ ਨਾ ਕੋਈ ਪਾਣੀ ਹੈ ਅਤੇ ਨਾ ਕੋਈ ਸੋਲਿਡ ਮਟੀਰੀਅਲ, ਉਹ ਆਪਾਂ ਕਹਿ ਸਕਦੇ ਹਾਂ ਵੀ ਗੱਠਾਂ ਨੇ। ਉਸ ਤੋਂ ਪਹਿਲਾਂ ਕਿ ਆਪਾਂ ਗੱਠਾਂ ਦੀ ਗੱਲ ਕਰੀਏ, ਥੋੜ੍ਹੀ ਜਿਹੀ ਗੱਲ ਸਮਝਣੀ ਜ਼ਰੂਰੀ ਹੈ ਕਿ ਸਰੀਰ ਜਿਹੜਾ ਹੁੰਦਾ ਸਾਡਾ ਜਦੋਂ ਇਹ ਕੰਮ ਕਰਦਾ ਹੈ ਤਾਂ ਇਹਦੇ ਵਿੱਚ ਜਿਹੜੇ ਅਨਵਾਂਟਡ ਚੀਜ਼ਾਂ ਹੁੰਦੀਆਂ ਨੇ ਸਰੀਰ 'ਚ, ਔਰ ਅਨਵਾਂਟਡ ਸੈੱਲ ਹੁੰਦੇ ਆ, ਯਾਨੀ ਕਿ ਕੋਈ ਸੈੱਲ ਜਿਹਨੂੰ ਬਾਡੀ ਮਤਲਬ ਯੂਜ਼ਲੈਸ ਡਿਕਲੇਅਰ ਕਰ ਦਿੰਦੀ ਹੈ, ਜਿਹਨੂੰ ਕਹਿੰਦੀ ਵੀ ਕਿਸੇ ਕੰਮ ਦਾ ਨਹੀਂ ਹੈ, ਉਹਨੂੰ ਉਹ ਬਾਡੀ ਮਾਰ ਦਿੰਦੀ ਹੈ। ਉਹਦੇ ਅੰਦਰ ਇਨਬਿਲਟ ਮੈਕੈਨਿਜ਼ਮ ਹੈ, ਵੈਸੇ ਤਾਂ ਆਟੋ ਡੈਥ ਦਾ ਮੈਕੈਨਿਜ਼ਮ ਹੈ, ਕਿ ਉਹ ਸੈੱਲ ਦੇ ਅੰਦਰੋਂ ਹੀ ਮੈਸੇਜ ਆ ਜਾਂਦਾ ਕਿ ਤੇਰੀ ਲੋੜ ਨਹੀਂ ਹੈ, ਤੂੰ ਜਾ। ਉਹਨੂੰ ਜਿਹੜੀ ਕਿਲਰ ਸੈਲਸ ਹੁੰਦੇ ਆ, ਉਹ ਕਿਲਰ ਸੈਲਸ ਉਹਨੂੰ ਮਾਰ ਦਿੰਦੇ ਆ, ਜਵਾਬ ਮਰ ਜਾਂਦਾ, ਅਤੇ ਕਿਲਰ ਉਹਨੂੰ ਬਾਕੀ ਜਿਹੜੇ ਉਹ ਸਾਡੇ ਸਕਵੈਂਜਰਸ ਨੇ ਉਹ ਖਾ ਜਾਂਦੇ ਆ, ਉਹ ਖਾ ਲੈਂਦੇ ਆ ਉਹਨੂੰ। ਉਹ ਵਿੱਚ ਸਿਸਟਮ ਹੈ ਕਿ ਕਰੋੜਾਂ ਸੈੱਲ ਸਾਡੀ ਬਾਡੀ 'ਚ ਰੋਜ਼ ਇੱਦਾਂ ਜਿਹੜੇ ਨੇ ਉਹ ਯੂਜ਼ਲੈਸ ਡਿਕਲੇਅਰ ਹੁੰਦੇ ਆ, ਜਾਂ ਉਹਦੀ ਉਮਰ ਵੀ ਭੋਗ ਕੇ ਯੂਜ਼ਲੈਸ ਹੋ ਜਾਂਦੇ ਆ। ਮਤਲਬ ਹਰ ਸੈੱਲ ਦੀ ਆਪਣੀ ਉਮਰ ਹੁੰਦੀ ਹੈ ਸਰੀਰ ਦੇ ਅੰਦਰ। ਨਰਵਸ ਸਿਸਟਮ ਨੂੰ ਛੱਡ ਕੇ, ਬ੍ਰੇਨ ਦੇ ਸੈੱਲਸ ਨੂੰ ਛੱਡ ਕੇ, ਹੁਣ ਤਾਂ ਬ੍ਰੇਨ ਬਾਰੇ ਵੀ ਆ ਗਿਆ ਕਿ ਬ੍ਰੇਨ ਦੇ ਸੈੱਲ ਵੀ ਜਿਹੜੇ ਨੇ ਉਹ ਦੁਬਾਰਾ ਰੀਜਨਰੇਟ ਹੁੰਦੇ ਆ, ਉਹ ਵੀ ਮਰਦੇ ਆ, ਕੁਛ ਦੇ ਵਿੱਚ ਕੁਛ, ਲੇਕਿਨ ਉਹ ਬਹੁਤ ਜ਼ਿਆਦਾ ਨਹੀਂ ਹੁੰਦੇ। ਸਭ ਤੋਂ ਘੱਟ ਬ੍ਰੇਨ ਦੇ ਸੈੱਲ ਜਿਹੜੇ ਨੇ ਉਹ ਪੁਰਾਣੇ ਰਹਿੰਦੇ ਆ। ਉਹ ਕੁਦਰਤ ਨੇ ਉਹਨਾਂ ਨੂੰ ਬਚਾ ਕੇ ਇਸ ਕਰਕੇ ਰੱਖਿਆ ਹੋਇਆ ਵੀ ਜੇ ਉਹ ਸਾਰੇ ਸੈੱਲ ਨਵੇਂ ਬਣ ਜਾਣ ਤਾਂ ਪੁਰਾਣੀ ਮੈਮਰੀ ਖਤਮ ਹੋ ਜਾਏਗੀ। ਫਿਰ ਤਾਂ ਸਾਡੇ ਬ੍ਰੇਨ ਨੂੰ ਪੁਰਾਣੀ ਮੈਮਰੀ ਰੱਖਣੀ ਨਾ, ਸਾਨੂੰ ਹੁਣ 50 ਸਾਲ 60 ਸਾਲ 70 ਸਾਲ ਪੁਰਾਣੀਆਂ ਗੱਲਾਂ ਯਾਦ ਨੇ ਹੁੰਦੀਆਂ ਨੇ, ਤਾਂ ਉਹ ਕਿਉਂ ਯਾਦ ਰਹਿੰਦੀਆਂ ਨੇ? चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली, और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। क्योंकि साडे शरीर दे विच कुछ ब्रेन सैल जिहड़े हुंदे ने ਉਹ ਉਹੀ ਰਹਿੰਦੇ ਆ ਜਿਹੜੇ
कुदरत बदलती नहीं उन्होंने, लेकिन हाँ जिन्हें स्टोर करनी है। लेकिन फिर भी कुछ ना कुछ ब्रेन सैल भी हुण नवीं लेटेस्ट सर्च कह रही है कि ब्रेन सैल्स भी रिप्लेस होंगे हैं, ब्रेन सैल भी नवें बनते हैं, लेकिन सारे नहीं बनते। लेकिन बॉडी बाकी सारी बॉडी का टोटल रिप्लेस होती रहती है, टोटल साढ़े सब तो तेज़ी नाल रिप्लेस होंदा अंदरले मूँह के अंदरली लाइनिंग जी है वो तेज़ी हर आलमोस्ट दूजे तीजे दिन बदल जाती है। तुसीं देखिया होना है कि अपना मूँह जल जाए अंदर छाला हो जाए तो कितने दिन ठीक हो जाता है, 2 दिन 3 दिन बस। चमड़ी ते स्क्रैच लग जाए तो 5 दिन 7 दिन हफ्ता 10 दिन। एक की मतलब है वह कि वो जोड़े सैल्स ने वो उपरले सैल झड़ी जाते हैं, थल्लों नवे आई जाते हैं। ये कुदरत अपना एक इनबिल्ट मैकेनिज्म होंदा कि कुदरत तुहानूं जिउंदा रखण लई सैलों का नवीनीकरण करती है कि पुराने सैल जिहदी उम्र लंघ चुकी है उन्होंने यूजलैस डिकलेयर कर देंदी है और उन्होंने मार देंदी है। मार के उन्होंने जो बाकी साढ़े जब तो शैड ऑफ हो जाते हैं, जब तो शैड ऑफ हो गए, जिन्होंने कितने थां मिली बाहर जाने तो शैड ऑफ हो जाएंगे, जिन्होंने थां नहीं मिली तो फिर उन्होंने सैल खा जाएंगे। तो तीजी स्थिति जिथे उन्होंने थां भी नहीं मिली बाहर निकलने की, यूज सैल बॉडी ने यूजलैस डिकलेयर करता, उन्होंने थां भी नहीं मिली कितने बाहर निकलने की, उन्होंने सैलों ने भी खाण तो साडा सिस्टम इन्ना वीक सीगा कि साढ़े सैल उन्होंने खा भी नहीं सके, तो उत्थे वो गठ बन जाती। फिर क्योंकि जो सैल सीगा बॉडी ने डिकलेयर करता भी यूजलैस है, उन्होंने बॉडी कंटेन कर लेंदी है, बॉडी वो आले दुआले घेराबंदी कर देंदी है भी तू हुण बाकियां डिस्टर्ब नहीं कर सकता, तू इत्थे बैठा रह, ठीक है, तू नहीं मरिया लेकिन तू इत्थे बैठा रह। लेकिन जो उत्थे बैठा तो उत्थे भी वो मल्टीप्लाई कर जाता है, जो मल्टीप्लाई करता तो गठ बन जाती है। तो ये मैकेनिज्म होंदा कि इसका मतलब बॉडी जिहड़ी है जो भी कोई गठ बनती है, जो कोई वो सैल जिहड़ा कि यूजलैस हो गया, जिन्होंने कोई बॉडी नहीं चाहती फंक्शनिंग पार्टिसिपेट करे, तो उन्होंने बॉडी कंटेन कर लेंदी, फिर घेराबंदी कर लेंदी, आस्ते आस्ते आसे पासे उत्थे रोक देंदी है भी हुण आसे पासे बाकियां डिस्टर्ब नहीं करना, बाकी काम चली जाने दे। उत्थे फिर करके उसके अंदर क्योंकि जो पावर होंदी है बदल फुलन की, तो देखो 2 तो 4 हो जाता है, वो एक सीमा तक वधी जाता है। तो ये है आप जिन्होंने कहिए आधार गट्ठा बनने का। यदा मतलब की है कि गट्ठा क्यों बनदियां ने, क्योंकि साडा जिहड़ा सिस्टम किलिंग सिस्टम है, साडा वो जो मैसेजेस ने बॉडी के वीक हो गए, इनडायरैक्टली साडी बॉडी की ऊर्जा वीक होगी, जिस ऊर्जा ने कल्ले कल्ले सैल नूं मैसेज देना सीगा कि तेरी उम्र गई तो योर रोल इज़ ओवर, यू गो। वो जान तो इनकारी इस करके हो जाता है कि जिहड़ी ये मैसेज आ रहा है वो स्ट्रोंग मैसेज नहीं है, वो मैसेज वीक है, उन्होंने प्रॉपरली मैसेज मिलिया नहीं। जो प्रॉपर मैसेज मिलिया होंदा फिर वो क्यों 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 करेगा, कोई ऐसी वो कोई ईगो नहीं होंदी। आई एम नॉट सेइंग कि कोई सैल च ईगो आ गई भी मैं, वो ईगो तो साडी मनुख के दिमाग की काढ़ है। पर कुछ साइकिल बागी भी हो जाते नहीं, बागी का मतलब यही होंदा, बागी का कोई मतलब नहीं होंदा। बगावत कादी होंदी है, सैल ने क्यों बगावत करनी है, सैल तो बॉडी का पार्ट है ना, वो बॉडी के होल के भले लिए काम करता है। बगावत नहीं होंदी, जो उन्होंने मैसेज जाना होंदा है डैथ का कि तू जा हुण तेरा रोल खत्म है, वो मैसेज ही वीक हो जाता है। यानी आप कितना किते आप कह सकते हैं भी आप एक नर्वस सिस्टम की वीकनेस के कारण ही ये सारा कुछ होता है। नर्वस सिस्टम कला नहीं, बॉडी फंक्शनस एज ए होल, बॉडी पूर्ण इकाई के तौर पर काम करती है। पूरी बॉडी की जो वीकनेस होगी वो अंदर जिन्होंने आप कह सकते हैं कि थोड़ी हैल्थ बहुत एग्जुबरेंट नहीं है, बहुत तकड़ी नहीं है, थोड़ी हैल्थ के कुछ कमजोरियां आ गई, थोड़ी बॉडी के काम करने कुछ कमजोरियां आ गई, जिसके करके कल्ले कल्ले सैल नूं मैसेज नहीं प्रॉपरली पहुँचा रही, तां करके ये गट्ठा दे बनने का आधार बनता है। और इहदा उल्ट करिए, जे असीं बॉडी गट्ठा बन गए मान लो, असीं ये हुण नैचुरोपैथी जी हुण असीं कर रहे हैं, हालांकि एलोपैथी तो मनती नहीं है, मॉडर्न मैडिकल सिस्टम का कहता भी एक बार गट्ठ बन गई तो उन्होंने कड्डो, सर्जरी करो उसकी। लेकिन असीं अपने तजर्बे जो देखा कि बने बने गट्ठा रिजॉल्व हो जांदियां ने, खत्म हो जांदियां ने, और चमड़ी थले होण चाहे यूट्रस होण चाहे किते भी होण, वो हौली 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 पॉलिप जां गट्ठ किते भी होवे, वो हौली हौली डिसअपीयर हो जाती है, छोटी हो जाती है, डिस्टर्ब करना बंद कर देंदी है। वो कदों करेगी जो असीं बॉडी नूं होल बॉडी की हैल्थ जी इंप्रूव करती। असीं जिन्हां गलतियां करके बॉडी की हैल्थ वीक हो रही सी, वो गलतियां ठीक करतियां, खाना पीना सुधार लिया, हवा सुधार ली, पानी सुधार लिया, होर अपना इहो जे योगा करन लग गए, प्राणायाम करन लग गए, हस्सण लग गए, पहला हसदे नहीं सी, दुखी रहिंदे सी, स्ट्रैस रहिंदे सी, स्ट्रैस ठीक हो गया। तो ਜਿਹੜੇ फैक्टर आप अक्सर गल्लां करते हैं वीडियो कि ਜਿਹੜੇ फैक्टर हैल्थ नूं ठीक रखते हैं, वो फैक्टर अगर तुसीं पहलां कमज़ोर सीगे जिस करके गट्ठा बन गईयां, वो आप देख लिया कि कमजोरी करके गट्ठा बनदियां ने, फिर हुण आपां स्ट्रोंग कर लिया तो फिर वो गट्ठा डिसअपीयर भी हो जांदियां ने। मेरे अपने चमड़ी थले गट्ठा बन गई, शुरू असीं कहने न्यूरोफाइब्रोमाटोसिस, बड़ी हार्मलैस जी गट्ठा होंदियां ने बॉडी, कई बंदे बहुत मल्टीपल बन जांदियां, सैकड़े बन जांदियां ने,
ਉਹ ਬਸ ਹੱਥ 'ਚ ਆਉਣਗੀਆਂ, ਹੱਥ 'ਚ ਚੁੱਭਦੀਆਂ ਨੇ, ਤੇ ਜੇ ਉਹਨੂੰ ਬਾਰ-ਬਾਰ ਛੇੜੀ ਜਾਓਗੇ ਤਾਂ ਦੁਖਣ ਲੱਗ ਜਾਂਦੀਆਂ, ਨਹੀਂ ਤਾਂ ਕੁਝ ਨਹੀਂ ਕਹਿੰਦੀਆਂ। ਉਹਨੂੰ ਕਹਿੰਦੇ ਨਿਊਰੋਫਾਈਬਰੋਮੈਟੋਸਿਸ। ਸਭ ਤੋਂ ਚਮੜੀ 'ਚ ਸਭ ਤੋਂ ਸਹੀ ਗੱਠ ਉਹ ਹੁੰਦੀ ਹੈ। ਤਾਂ ਉਹ ਗੱਠ ਜਦੋਂ ਮੇਰੇ ਆਪਣੇ ਬਣ ਗਈਆਂ ਸੀਗੀਆਂ ਜਦੋਂ ਮੈਂ 40 ਸਾਲ ਦਾ ਸੀ, ਤਾਂ ਉਹ ਜਦੋਂ ਮੈਂ ਆਪਣਾ ਐਕਸਰਸਾਈਜ਼ ਯੋਗਾ ਕਰਨਾ ਸ਼ੁਰੂ ਕੀਤਾ, ਹੋਰ ਕਰਨਾ ਸ਼ੁਰੂ ਕੀਤਾ, ਗਾਇਬ ਹੋ ਗਈਆਂ, ਹੁਣ ਹੈ ਨਹੀਂ ਕੋਈ ਵੀ। ਤਾਂ ਕੀ ਹੁੰਦਾ ਹੈ, ਇਹਦਾ ਮਤਲਬ ਬੋਡੀ ਐਜ਼ ਏ ਹੋਲ ਇੰਪੋਰਟੈਂਟ ਹੈ। ਜੇ ਬੋਡੀ ਦੀ ਹੈਲਥ ਨੂੰ ਅਸੀਂ ਪ੍ਰੋਪਰਲੀ ਮੇਨਟੇਨ ਕਰ ਲਈਏ, ਬੋਡੀ ਦੀ ਹੈਲਥ ਨੂੰ ਜਿਹਨੂੰ ਕਹਿੰਦੇ ਉਹਦੀ ਬੋਡੀ ਊਰਜਾ ਨੂੰ ਪੂਰਾ ਪ੍ਰਚੰਡ ਕਰ ਲਈਏ, ਤਾਂ ਗੱਠਾਂ ਅੱਗੇ ਤੋਂ ਬਣਨੀਆਂ ਬੰਦ ਹੋ ਜਾਂਦੀਆਂ ਨੇ, ਅਤੇ ਫਰਦਰ ਜਿਹੜੀਆਂ ਪਹਿਲਾਂ ਗੱਠਾਂ ਬਣੀਆਂ ਹੋਈਆਂ ਨੇ ਉਹ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਸ ਕਰਕੇ ਗੱਠਾਂ ਦਾ ਵਰਤਾਰਾ ਕੀ ਹੈ ਕਿ ਉਹ ਸੈੱਲ ਜਿਹੜੇ ਯੂਜ਼ਲੈਸ ਸੈੱਲ ਡਿਕਲੇਅਰ ਹੋ ਗਏ, ਬੋਡੀ ਨੇ ਉਹਨਾਂ ਨੂੰ ਯੂਜ਼ਲੈਸ ਡਿਕਲੇਅਰ ਕਰਤਾ ਵੀ ਤੇਰੀ ਤੁਹਾਡੀ ਲੋੜ ਨਹੀਂ ਹੈ। ਲੇਕਿਨ ਉਹਨਾਂ ਨੂੰ ਇੰਨਾ ਸਟਰੋਂਗ ਮੈਸੇਜ ਨਹੀਂ ਮਿਲਿਆ ਵੀ ਉਹ ਆਪਣੇ ਆਪ ਨੂੰ ਡਿਜ਼ੋਲਵ ਕਰ ਲੈਂਦੇ ਜਾਂ ਮਰ ਜਾਂਦੇ, ਮਰ ਕੇ ਉਹ ਜਿਹੜੇ ਸੈੱਲ, ਉਹ ਸਿਸਟਮ ਵੀਕ ਹੈ ਬੋਡੀ ਦਾ। ਇਸੇ ਤਰ੍ਹਾਂ ਜੇ ਸਿਸਟਮ ਵੀਕ ਹੋਵੇ ਤਾਂ ਕੁਛ ਕ੍ਰਿਸਟਲਸ ਵੀ ਜੰਮ ਜਾਂਦੇ, ਜਿਹਨੂੰ ਪੱਥਰੀ ਕਹਿੰਦੇ ਆਪਾਂ। ਸੋ ਸਰੀਰ 'ਚ ਪੈਦਾ ਹੋਣ ਵਾਲੀਆਂ ਜਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਨੇ, ਜਿਵੇਂ ਪੱਥਰੀਆਂ ਹੋ ਗਈਆਂ, ਜੇ ਕੋਈ ਕ੍ਰਿਸਟਲਸ ਜੰਮ ਜਾਂਦੇ, ਜਿਵੇਂ ਯੂਰਿਕ ਐਸਿਡ ਦੇ ਕ੍ਰਿਸਟਲ ਜੰਮ ਗਏ, ਕੈਲਸ਼ੀਅਮ ਦੇ ਕ੍ਰਿਸਟਲ ਜੰਮ ਗਏ, ਕੋਲੈਸਟਰੋਲ ਦੇ, ਉਹ ਜਿਹੜੇ ਕ੍ਰਿਸਟਲ ਜੰਮ ਗਏ ਤਾਂ ਪੱਥਰੀ ਬਣ ਗਈ, ਚਾਹੇ ਉਹ ਗੁਰਦੇ 'ਚ ਬਣ ਗਈ, ਚਾਹੇ ਉਹ ਪਿੱਤੇ 'ਚ ਬਣ ਗਈ, ਜਾਂ ਈਵਨ ਸਰੀਰ ਦੇ ਹੋਰ ਹਿੱਸਿਆਂ 'ਚ ਵੀ ਪੱਥਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਯੂਰਿਕ ਐਸਿਡ ਕ੍ਰਿਸਟਲ ਨੇ ਜੋੜਾਂ 'ਚ ਜਾ ਕੇ ਡਿਪੋਜ਼ਿਟ ਹੋ ਜਾਂਦੇ ਆ। ਉਹ ਵੀ ਕਦੋਂ ਹੁੰਦੇ ਆ, ਜਦੋਂ ਸਾਡੀ ਬਾਡੀ ਦਾ ਐਕਸਕ੍ਰੀਟਰੀ ਸਿਸਟਮ, ਸਾਡੀ ਬਾਡੀ ਦਾ ਬਾਹਰ ਕੱਢਣ ਦਾ ਸਿਸਟਮ ਵੀਕ ਹੋ ਗਿਆ, ਸਾਡੇ ਗੁਰਦੇ ਵੀਕ ਹੋ ਗਏ, ਸਾਡੀ ਚਮੜੀ ਵੀਕ ਹੋ ਗਈ, ਜਾਂ ਸਾਡਾ ਲਿਵਰ ਕਮਜ਼ੋਰ ਹੋ ਗਿਆ, ਤਾਂ ਉਹ ਕੀ ਹੋਏਗਾ, ਉਹ ਫਿਰ ਸਾਡੇ ਉਹਨਾਂ ਪਦਾਰਥਾਂ ਨੂੰ ਬਾਹਰ ਨਹੀਂ ਕੱਢ ਸਕਿਆ ਜਿਹਨਾਂ ਨੂੰ ਉਹਨੇ ਬਾਹਰ ਕੱਢਣਾ ਸੀ ਰੂਟੀਨ, ਅਤੇ ਉਹ ਕ੍ਰਿਸਟਲ ਰਵੇ ਬਣ ਗਏ, ਰਵੇ ਬਣੇ ਤਾਂ ਪੱਥਰੀ ਬਣਨੀ ਸ਼ੁਰੂ ਹੋ ਗਈ। ਇਸ ਤਰ੍ਹਾਂ ਸੈੱਲ, ਜੇ ਅਗਰ ਸੈੱਲ ਨਹੀਂ ਮਰੇ ਬਾਡੀ ਦੇ ਸਿਸਟਮ ਦੇ ਹਿਸਾਬ ਨਾਲ ਜਿਹਨੂੰ ਮਰਨਾ ਸੀਗਾ, ਤਾਂ ਉਹ ਫਿਰ ਉਹ ਗੱਠ ਬਣ ਗਈ। ਹੁਣ ਗੱਠ ਡਿਪੈਂਡ ਕਰਦਾ ਕਿਹੜੇ ਅੰਗ 'ਚ ਬਣੀ। ਯੂਟਰਸ ਦੀਆਂ ਗੱਠਾਂ ਅੱਜ ਔਰਤਾਂ 'ਚ ਸਭ ਤੋਂ ਜ਼ਿਆਦਾ ਕਾਮਨ ਨੇ। ਜਿਹੜੇ ਮੈਂ ਚਮੜੀ ਦੀ ਗੱਲ ਕਰ ਰਿਹਾ, ਨਿਊਰੋਫਾਈਬਰੋਮੈਟੋਸਿਸ ਬਹੁਤ ਕਾਮਨ ਹੈ। ਜਾਂ ਗਾਲ ਬਲੈਡਰ ਦੇ ਪੋਲਿਪ ਬਣਨ ਲੱਗੇ, ਅੰਤੜੀਆਂ 'ਚ ਪੋਲਿਪ ਬਣਨ ਲੱਗ ਗਏ, ਅੰਤੜੀਆਂ 'ਚ ਬਣਨ ਲੱਗ ਗਏ, ਨੱਕ 'ਚ ENT ਦੇ ਪੋਲਿਪ ਬਣ ਜਾਂਦੇ। ਤਾਂ ਪੋਲਿਪ ਬਾਡੀ ਦੇ ਬਹੁਤ ਸਾਰੇ ਹਿੱਸਿਆਂ 'ਚ ਪੋਲਿਪ ਬਣਨੇ ਸ਼ੁਰੂ ਹੁੰਦੇ ਨੇ। ਪੋਲਿਪ ਜਾਂ ਸਿਸਟ ਜਾਂ ਉਹ ਗੱਠਾਂ ਜਿਹੜੀਆਂ ਕਿ ਫੈਲਦੀਆਂ ਨਹੀਂ ਅੱਗੇ ਬਹੁਤੀਆਂ, ਉਹ ਕੈਂਸਰ ਵਰਗੀਆਂ ਨਹੀਂ ਹੈ। ਕੈਂਸਰ ਉਸ ਤੋਂ ਅਗਲੀ ਸਟੇਜ ਆ। ਜੇ ਸਿਸਟਮ ਹੋਰ ਵੀ ਵੀਕ ਹੋ ਗਿਆ, ਤੁਹਾਡੇ ਜੀਨਸ ਡੈਮੇਜ ਹੋ ਗਏ, ਤਾਂ ਫਿਰ ਉਹ ਆਊਟ ਆਫ ਕੰਟਰੋਲ ਹੋ ਜਾਂਦਾ ਉਹਦੀ ਜਿਹੜੀ ਮਲਟੀਪਲੀਕੇਸ਼ਨ ਹੈ। ਇਹ ਗੱਠਾਂ ਹੁੰਦੀਆਂ ਨੇ ਪੋਲਿਪਸ, ਜਾਂ ਜਿਹੜੀਆਂ ਨਹੀਂ ਨੋਨ ਕੈਂਸਰਸ ਗੱਠਾਂ ਨੇ, ਇਹ ਫਿਰ ਵੀ ਕੰਟਰੋਲ 'ਚ ਰਹਿੰਦੀਆਂ ਨੇ ਬਾਡੀ ਦੇ 'ਚ, ਫੈਲਦੀਆਂ ਨਹੀਂ, ਇੱਕ ਲਿਮਿਟ ਤੋਂ ਵੱਧ ਨਹੀਂ ਕ੍ਰਾਸ ਕਰਦੀਆਂ। ਵੱਡੀਆਂ ਹੌਲੀ ਹੌਲੀ ਹੁੰਦੀਆਂ ਨੇ, ਬਹੁਤ ਸਲੋ ਬਾਡੀ ਉਹਨਾਂ ਨੂੰ ਮੈਸੇਜ ਲਗਾਤਾਰ ਭੇਜਦੀ ਰਹਿੰਦੀ ਹੈ ਵੀ ਤੁਹਾਡੀ ਕੋਈ ਲੋੜ ਨਹੀਂ, ਤੁਹਾਡੀ ਕੋਈ ਲੋੜ ਨਹੀਂ, ਤੁਹਾਡੀ ਕੋਈ ਲੋੜ ਨਹੀਂ। ਤਾਂ ਉਹ अपने आप को कंटेन करके रखते हैं। यस, आप अगर आएंगे हिम्स हॉस्पिटल में, हॉस्पिटल एंड इंस्टीट्यूट ऑफ इंटीग्रल मेडिकल साइंसेज, चंडीगढ़ डेरा वसीम हॉस्पिटल है ऑन द मेन हाईवे। अगर आप आते हैं तो यहाँ पे आपको बहुत सारे कैंसर पेशेंट मिलेंगे, एंड स्टेज कैंसर पेशेंट मिलेंगे। एंड सिर्फ फ़र्क ये देखेंगे व्हेन यू कंपेयर दीज पेशेंट्स विद द पेशेंट इन अदर हॉस्पिटल ऑफ सिमिलर काइंड, फ़र्क ये देखेंगे कि ये कंफर्टेबल है। दूसरा फ़र्क ये देखेंगे कि ये आपको लगेगा नहीं कि ये पेशेंट हैं, वो दर्द रहित हैं। कि शुगर बीपी सिर्फ 7 दिन में बिना 1 रुपए की दवाई के 90% लोगों का यहाँ हिम्स हॉस्पिटल चंडीगढ़ में भर्ती होकर खाने पीने को ठीक करके रिवर्स किया जा सकता है। सैकड़ों पेशेंट हो चुके हैं। अगर जुबान पे लगाम है तो 3 लोगों से वास्ता नहीं पड़ेगा आपका। खाने के लिए है तो डॉक्टर से वास्ता नहीं पड़ेगा, बोलने के लिए है तो पुलिस और वकील से वास्ता नहीं पड़ेगा, और प्रोफेशनली इन तीनों से वास्ता ना पड़े तो ज़्यादा अच्छा है। दूसरा, दुनिया की कोई भी ऐसी बीमारी नहीं है जो खाने पीने से हो नहीं जाती है और फिर रेगुलेट नहीं हो सकती है। तो ये दोनों बातें वैसे ही चलती हैं। 5 पिलर्स हैं हमारे, 5 पिलर्स: डाइट, मेडिसिनल प्लांट्स, फिजिकल एक्सरसाइज या फिजिकल वर्क, माइंड मैनेजमेंट, और टेकिंग द हेल्प ऑफ वेरियस पैथीज, ऑल द पैथीज। तो ये हम 5 पिलर्स पे काम करते हैं। जब हम इन 5 पिलर्स पे काम करते हैं तो बॉडी अंदर से जब हील होने लगती है तो थायराइड की समस्या जो अपने आप ही ठीक होने लगती है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ
पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। नहीं, एक चीज़ दसो ਵੀ ਤੁਸੀਂ कहते हो कि ਜਿਹੜਾ ਮੈਸੇਜ ਜਾਣਾ ਹੁੰਦਾ ਉਹ ਮੈਸੇਜ ਨੂੰ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਉਹ ਮਲਟੀਪਲਾਈ ਕਰਕੇ ਗੱਠ ਬਣ ਜਾਂਦਾ, ਪਰ ਉਹਨੂੰ ਕੰਟੇਨ ਕੀਤਾ ਹੁੰਦਾ, ਉਹ ਬਾਹਰ ਨਹੀਂ ਨਿਕਲ ਪਾਉਂਦਾ, ਉਨੀ ਜਗ੍ਹਾ ਦੇ ਉੱਤੇ ਸਕਿਨ ਦੇ ਉੱਤੇ ਹੀ ਰਹਿ ਜਾਂਦਾ ਜਾਂ ਕਿਸੇ ਵੀ ਹਿੱਸੇ 'ਚ ਚਲਾ ਜਾਂਦਾ। ਕੀ ਜਦੋਂ ਆਪਾਂ ਇਸ ਨੂੰ ਐਜ਼ ਏ ਹੋਲ ਬੋਡੀ ਨੂੰ ਆਪਾਂ ਟਰੀਟ ਕਰਕੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕੀ ਦੁਬਾਰਾ ਮੈਸੇਜ ਜਾ ਕੇ ਉਹ ਦੁਬਾਰਾ ਖਤਮ ਹੋ ਜਾਂਦੀਆਂ ਨੇ? ਹਾਂ, ਫਿਰ ਨਹੀਂ, ਫਿਰ ਉਹ ਜਿਹੜਾ ਦੂਜਾ ਸਿਸਟਮ ਹੁੰਦਾ ਜਿਹਨੇ ਉਹਨੂੰ ਖਤਮ ਕਰਨਾ ਸੀਗਾ, ਇਹ ਦੂਜਾ ਸਿਸਟਮ ਵੀ ਤਾਂ ਹੈ ਨਾ ਉਹਨੂੰ ਖਤਮ ਕਰਨ ਵਾਲਾ, ਉਹ ਸਿਸਟਮ ਜ਼ਿਆਦਾ ਸਟਰੋਂਗ ਹੋ ਜਾਂਦਾ। ਉਹ ਹੌਲੀ ਉਹਨੂੰ ਖਾਣਾ ਸ਼ੁਰੂ ਕਰ ਦਿੰਦਾ ਪਾਸਿਓਂ ਜਿਵੇਂ ਕੋਈ ਅੰਦਰ ਚੀਜ਼ ਪਈ ਆ ਉਹਦੇ ਆਲੇ ਦੁਆਲੇ ਕੀੜੀਆਂ ਲੱਗ ਜਾਣ, ਉਹਨੂੰ ਹੌਲੀ ਖਾ ਜਾਣਗੀਆਂ। ਇੱਦਾਂ ਹੀ ਫਿਰ ਜਿਹੜਾ ਸਿਸਟਮ ਅਸੀਂ ਸਟਰੋਂਗ ਕਰ ਲਿਆ, ਜਿਹੜਾ ਸਾਡਾ ਡਿਫੈਂਸ ਸਿਸਟਮ ਹੈ, ਜਿਹੜਾ ਸਾਡਾ ਸੁਰੱਖਿਆ ਪ੍ਰਣਾਲੀ ਹੈ, ਜਿਹੜੀ ਸਾਡੀ ਉਹਨੂੰ ਸਾਨੂੰ ਤੰਦਰੁਸਤ ਰੱਖਣ ਵਾਲੀ ਪ੍ਰਣਾਲੀ ਹੈ, ਜੋ ਉਹਨੂੰ ਇਮਿਊਨ ਸਿਸਟਮ ਕਹਿ ਲਓ ਜਾਂ ਕੁਛ ਕਹਿ ਲਓ, ਅਲੱਗ ਚੀਜ਼ਾਂ ਨੇ। ਕਿਉਂਕਿ ਇਮਿਊਨ ਸਿਸਟਮ ਇਸ ਕਰਕੇ ਮੈਂ ਨਹੀਂ ਵਰਤ ਰਿਹਾ ਕਿਉਂਕਿ ਇਮਿਊਨ ਆਮ ਤੌਰ 'ਤੇ ਇਨਫੈਕਸ਼ਨਾਂ ਵਾਸਤੇ ਵਰਤੀ ਜਾਂਦੀ ਹੈ, ਲੇਕਿਨ ਅਸਲ 'ਚ ਇਮਿਊਨਿਟੀ ਜਿਹੜੀ ਹੁੰਦੀ ਹੈ ਉਹ ਇਕੱਲੇ ਇਨਫੈਕਸ਼ਨ ਵਾਸਤੇ ਨਹੀਂ ਹੁੰਦੀ, ਬੈਕਟੀਰੀਆ ਵਾਇਰਸ ਵਾਸਤੇ ਨਹੀਂ ਹੁੰਦੀ, ਓਵਰਆਲ ਹੁੰਦੀ ਹੈ। ਬੋਡੀ ਜੇ ਕੈਮੀਕਲ ਨੂੰ ਡੀਲ ਕਰ ਰਹੀ ਉਹ ਵੀ ਇਮਿਊਨਿਟੀ ਹੈ, ਬੋਡੀ ਜੇ ਗੱਠਾਂ ਨੂੰ ਡੀਲ ਕਰ ਰਹੀ ਉਹ ਵੀ ਇਮਿਊਨਿਟੀ ਹੈ, ਬੋਡੀ ਜੇ ਵਾਇਰਸ ਨੂੰ ਜਾਂ ਬੈਕਟੀਰੀਆ ਨੂੰ ਡੀਲ ਕਰ ਰਹੀ ਉਹ ਵੀ ਇਮਿਊਨਿਟੀ। ਐਕਚੁਅਲੀ ਬ੍ਰੌਡ ਟਰਮ ਹੈ ਇਮਿਊਨਿਟੀ, ਬਹੁਤ ਜ਼ਿਆਦਾ ਉਹ ਸੇਮ ਮੈਕੈਨਿਜ਼ਮ ਹੈ। ਉਹੀ ਚੀਜ਼ਾਂ ਨੇ ਜਿਹੜੀ ਬੈਕਟੀਰੀਆ ਵਾਇਰਸ ਦੇ ਅੰਦਰ ਇਮਿਊਨਿਟੀ ਨਾਂ ਦੇ ਨੂੰ ਦੇ ਦਿੱਤਾ, ਉਹੀ ਚੀਜ਼ਾਂ ਇੱਥੇ ਕੰਮ ਕਰਦੀਆਂ ਨੇ। ਤਾਂ ਜਦੋਂ ਗੱਠ ਬਣ ਗਈ ਅਤੇ ਜੇ ਆਪਾਂ ਬੋਡੀ ਨੂੰ ਹੁਣ ਸਟਰੋਂਗ ਕਰ ਲਿਆ, ਵਧੀਆ ਖਾ ਕੇ, ਯੋਗਾ ਕਰਕੇ, ਹੱਸ ਕੇ, ਸਟ੍ਰੈਸ ਫਰੀ ਹੋ ਕੇ, ਤਾਂ ਉਹ ਜਿਹੜੀ ਚੀਜ਼ ਆਸੇ ਪਾਸਿਓਂ ਉਹਨੂੰ ਖਾਣਾ ਸ਼ੁਰੂ ਕਰ ਦਿੰਦੀਆਂ ਨੇ। ਫਿਰ ਉਹ ਗੱਠਾਂ ਛੋਟੀਆਂ ਹੁੰਦੀਆਂ ਗਾਇਬ ਹੋ ਜਾਂਦੀਆਂ। ਜਿਵੇਂ ਮਤਲਬ ਮਿੱਠਾ ਪਿਆ ਰੱਖਿਆ ਉਹਨੂੰ ਚਾਰ ਫਿਰ ਕੀੜੀਆਂ ਲੱਗ ਜਾਣ ਅਤੇ ਉਹਨੂੰ ਖਾਈ ਜਾਣ ਅਤੇ ਅਲਟੀਮੇਟਲੀ ਖਾ ਜਾਣਗੀਆਂ। ਸੋ ਇੱਦਾਂ ਹੀ ਜਿਹੜਾ ਡਿਫੈਂਸ ਸਿਸਟਮ ਹੁੰਦਾ ਫਿਰ ਉਹਨੂੰ ਗੱਠਾਂ ਨੂੰ ਖਾ ਜਾਂਦਾ। ਕੈਂਸਰ ਨੂੰ ਜਿਹੜੀ ਗੱਲ ਅਗਲੀ ਉਸ ਤੋਂ ਕਿ ਕੈਂਸਰ ਕਿਉਂ ਬਣ ਜਾਂਦਾ, ਤਾਂ ਕੈਂਸਰ ਦਾ ਮਤਲਬ ਹੈ ਕਿ ਸਾਡਾ ਡਿਫੈਂਸ ਸਿਸਟਮ ਇੰਨਾ ਸਟਰੋਂਗ ਹੈ, ਉਹਦੇ ਅੰਦਰ ਜੀਨਸ ਡੈਮੇਜ ਹੋ ਗਏ ਤਾਂ ਉਹਦੇ ਸੈੱਲ ਨੇ ਉਹ ਆਊਟ ਆਫ ਕੰਟਰੋਲ ਹੋ ਜਾਂਦੇ ਫਿਰ ਬਿਲਕੁਲ ਹੀ। ਉਹ ਬੋਡੀ ਦਾ ਕੋਈ ਕਹਿ ਨਹੀਂ ਮੰਨਦੇ ਉਹਨੂੰ, ਤੁਸੀਂ ਆਪਾਂ ਕਹਿ ਸਕਦੇ ਬਾਗੀ ਸੈੱਲ, ਤੁਸੀਂ ਕਹਿ ਰਹੇ ਸੀ ਉਹ ਬਾਗੀ ਸੈੱਲ ਨੇ। ਜਿਹੜੇ ਦੂਜੀਆਂ ਗੱਠਾਂ ਵਾਲੇ ਸੈੱਲ ਨੇ ਉਹ ਪੂਰੀ ਤਰ੍ਹਾਂ ਬਾਗੀ ਨਹੀਂ ਹੈਗੇ, ਠੀਕ ਹੈ। ਉਹਨੂੰ ਮੈਸੇਜ ਵੀਕ ਮਿਲਿਆ ਲੇਕਿਨ ਸਟਿਲ ਉਹ ਕੋਆਪਰੇਟ ਕਰ ਰਹੇ ਆ ਬੋਡੀ ਨੂੰ, ਬੋਡੀ ਦੀ ਕੰਟੇਨਮੈਂਟ ਨੂੰ ਮੰਨ ਰਹੇ ਆ, ਉਹਦੀ ਹੱਦਬੰਦੀ ਦੇ ਵਿੱਚ ਰਹਿ ਰਹੇ ਆ, ਹੱਦਾਂ ਨਹੀਂ ਕ੍ਰੋਸ ਕਰ ਰਹੇ। ਕੁਛ ਇਹੋ ਜਿਹੀਆਂ ਗੱਠਾਂ ਹੈਗੀਆਂ ਜਿਹੜੀਆਂ ਵਿੱਚ ਵਿਚਾਲੇ ਜਿਹੀਆਂ ਉਹ ਕੈਂਸਰ ਵਾਂਗੂ ਵੀ ਫੈਲਦੀਆਂ, ਲੇਕਿਨ ਉਹ ਥੋੜ੍ਹੀ ਐਂਡੋਮੈਟਰੀਓਸਿਸ ਹੈ, ਜਿੱਦਾਂ ਐਂਡੋਮੈਟਰੀਓਸਿਸ ਕਹਿੰਦੇ ਅਸੀਂ, ਉਹ ਥੋੜ੍ਹਾ ਫੈਲੀ ਜਾਂਦਾ। ਉਹ ਕੈਂਸਰ ਵਾਂਗੂ ਨਹੀਂ ਫੈਲਦਾ ਲੇਕਿਨ ਥੋੜ੍ਹਾ ਫੈਲਦਾ। ਸੋ ਇਸ ਤਰ੍ਹਾਂ ਵਰਤਾਰਾ ਇੱਕੋ ਹੀ ਹੈ, ਚਾਹੇ ਉਹ ਗੱਠ ਕੈਂਸਰ ਹੈ ਜਾਂ ਨਹੀਂ ਕੈਂਸਰ। ਉਹ ਕਮਜ਼ੋਰੀ ਕਿਹਦੀ ਹੈ? ਹੋਲ ਬੋਡੀ ਦੀ। ਹੋਲ ਬੋਡੀ ਵੀਕ ਹੈ, ਹੋਲ ਬੋਡੀ ਦੇ ਵੀਕ ਹੋਣ ਕਰਕੇ ਇਮਿਊਨ ਸਿਸਟਮ ਵੀਕ ਹੈ। ਇਮਿਊਨ ਸਿਸਟਮ ਵੀਕ ਹੋਣ ਕਰਕੇ ਜਿਹੜੇ ਸੈੱਲ ਨੂੰ ਮਰ ਜਾਣਾ ਚਾਹੀਦਾ ਸੋ ਮਰਿਆ ਨਹੀਂ ਮਰਿਆ ਤਾਂ ਉਹ ਇੱਕ ਗੱਠ ਬਣ ਗਈ। ਉਹ ਫਿਰ ਵੀ ਥੋੜ੍ਹਾ ਕਮਾਂਡ ਮੰਨ ਰਿਹਾ, ਬੋਡੀ ਦੀ ਕਮਾਂਡ ਮੰਨ ਰਿਹਾ ਅਤੇ ਉਹ ਸੀਮਾ 'ਚ ਰਹਿ ਰਿਹਾ, ਲੇਕਿਨ ਮਲਟੀਪਲਾਈ ਹੌਲੀ ਕਰੀ ਜਾ ਰਿਹਾ ਤਾਂ ਹੌਲੀ ਗੱਠ ਵੱਡੀ ਹੋ ਰਹੀ ਹੈ, ਲੇਕਿਨ ਫੈਲ ਨਹੀਂ ਰਹੀ, ਆਪਣੀ ਥਾਂ ਨੂੰ ਨਹੀਂ ਛੱਡ ਰਹੀ। ਉਹਦੀ ਕੰਟੇਨਮੈਂਟ ਨੂੰ, ਉਹ ਸਰੀਰ ਦੀ ਨੇ ਜਿਹੜੀ ਉਹਦੀ ਸਰਕਲਮੈਂਟ ਕੀਤੀ ਹੈ ਉਹਨੂੰ ਨਹੀਂ ਤੋੜ ਰਹੀ। ਉਹ ਕੈਂਸਰ ਦਾ ਕੀ ਹੈ? ਕੈਂਸਰ ਦਾ ਸੈੱਲ ਜਿਹੜਾ ਉਹ ਉਸ ਤੋਂ ਅਗਲੀ ਸਟੇਜ ਹੈ ਕਿ ਉਹ ਬਿਲਕੁਲ ਬਾਗੀ ਹੋ ਗਿਆ, ਉਹ ਸਭ ਦੱਬੇ ਤੋੜ ਕੇ ਫਿਰ ਫੈਲ ਜਾਂਦਾ, ਪੂਰੇ ਸਰੀਰ 'ਚ ਫੈਲ ਜਾਂਦਾ, ਉਹ ਕੈਂਸਰ ਬਣ ਜਾਂਦਾ। ਅੱਛਾ, ਤੁਸੀਂ ਦੱਸੋ ਡਾਕਟਰ ਸਾਹਿਬ ਕਿ ਜਿਹੜਾ ਕੈਂਸਰ ਅਤੇ ਨੋਨ ਕੈਂਸਰਸ ਦੋ ਤਰ੍ਹਾਂ ਦੀਆਂ ਜਿਹੜੀਆਂ ਗੱਠਾਂ ਹੁੰਦੀਆਂ ਨੇ, ਅਤੇ ਜਿਹੜੀਆਂ ਕੈਂਸਰਸ ਗੱਠਾਂ ਹੁੰਦੀਆਂ ਨੇ ਅਤੇ ਨੋਨ ਕੈਂਸਰਸ ਗੱਠਾਂ ਹੁੰਦੀਆਂ ਨੇ, ਇਹਨਾਂ ਦੇ ਸਾਈਜ਼ ਦੇ ਉੱਤੇ ਵੀ ਕੋਈ ਡਿਪੈਂਡ ਕਰਦਾ ਹੁੰਦਾ ਵੀ ਕਿੰਨੇ ਕੁ ਸਾਈਜ਼ ਦੀ ਜਿਹੜੀ ਗੱਠ ਹੈ ਉਹ ਨੋਨ ਕੈਂਸਰਸ ਹੋਏਗੀ ਅਤੇ ਕਿੰਨੇ ਸਾਈਜ਼ ਦੀ ਜਿਹੜੀ ਗੱਠ ਆ ਉਹ ਕੈਂਸਰਸ ਹੋਏਗੀ, ਹੋਣ ਦੀ ਸੰਭਾਵਨਾ ਹੋਏਗੀ ਉਹਦੀ। ਮਤਲਬ ਇਹ ਨਹੀਂ ਹੋਏਗਾ ਵੀ ਹੋ ਨਹੀਂ ਸਕਦੀ ਜਾਂ ਛੋਟੀ ਵੀ ਨਹੀਂ ਹੋ ਸਕਦੀ ਜਾਂ ਵੱਡੀ ਨਹੀਂ ਹੋ ਸਕਦੀ, ਪਰ ਹੋਣ ਦੀ ਕੈਂਸਰਸ ਹੋਣ ਦੀ ਸੰਭਾਵਨਾ ਕਿਹੜੀ ਸਾਈਜ਼ ਦੀਆਂ ਗੱਠਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ? ਨਹੀਂ, ਉਹ ਸਾਈਜ਼ ਨਾਲ ਕੋਈ ਤਾਲੁਕ ਨਹੀਂ ਉਹਦਾ। ਉਹ ਕੁਛ ਗੱਠਾਂ ਨੋਨ ਨੇ, ਮੈਡੀਕਲ ਸਾਇੰਸ ਨੇ ਆਪਣੇ ਤਜਰਬੇ 'ਚੋਂ ਸਿੱਖ ਲਿਆ ਵੀ ਇੱਦਾਂ ਦੀ ਗੱਠ ਹੁੰਦੀ ਜਿਹੜੀ ਉਹ ਕੈਂਸਰ ਬਣ ਸਕਦੀ ਹੈ, ਇੱਦਾਂ ਦੀ ਗੱਠ ਨਹੀਂ ਕੈਂਸਰ ਬਣ ਸਕਦੀ। ਜਿਹੜੀ ਕੈਂਸਰ ਬਣ ਸਕਦੀ ਉਹਨੂੰ ਕਹਿੰਦੇ ਪ੍ਰੀ ਕੈਂਸਰਸ ਗਰੋਥ ਹੈ ਇਹ।
ਪ੍ਰੀ ਕੈਂਸਰਸ, ਜਿਹਨੇ ਅਜੇ ਕੈਂਸਰ ਨਹੀਂ ਬਣੀ ਲੇਕਿਨ ਇਹਦੇ 'ਚ ਪੋਟੈਂਸ਼ੀਅਲ ਹੈਗਾ, ਕੱਲ੍ਹ ਨੂੰ ਕੈਂਸਰ ਬਣ ਸਕਦੀ ਆ। ਕੁਛ ਗੱਠਾਂ ਨੋਨ ਨੇ ਜਿਹੜੀਆਂ ਕੈਂਸਰ ਬਣਦੀਆਂ ਹੀ ਨਹੀਂ, ਜਿਵੇਂ ਆਪਾਂ ਨਿਊਰੋਫਾਈਬਰੋਸਿਸ ਦੀ ਗੱਲ ਕਰ ਰਹੇ ਸੀ, ਕੈਂਸਰ ਨਹੀਂ ਬਣਦੀ ਉਹ। ਜਿਵੇਂ ਆਪਾਂ ਇਹਦੀ ਗੱਲ ਕਰ ਰਹੇ ਸੀਗੇ, ਜਿਹੜੀ ਪੋਲਿਪਸ ਨੇ, ਓਵਰੀ ਦੇ ਪੋਲਿਪ ਨੇ, ਓਵਰੀ ਦੇ ਪੋਲਿਪ ਵੀ ਕਿਤੇ ਕਿਤੇ ਕੈਂਸਰ ਬਣ ਸਕਦੇ ਕਿਤੇ ਕਿਤੇ ਕੈਂਸਰ। ਤੋਂ ਜਿਹੜੇ ਕੁਛ ਚੀਜ਼ਾਂ ਨੇ ਉਹਨੂੰ ਸਾਇੰਸ ਨੇ ਦੇਖ ਲਿਆ ਤਜਰਬੇ 'ਚ ਕਿ ਇਹ ਖੜੀਆਂ ਵੀ ਨੇ। ਡਰਮਟ ਸਿਸਟ ਹੈ, ਤੁਹਾਡਾ ਸਬੇਸ਼ੀਅਸ ਸਿਸਟ ਹੈ, ਇੱਦਾਂ ਦੇ ਕਈ ਸਿਸਟ ਨੇ ਜਿਹੜੇ ਉਹ ਕੈਂਸਰ ਨਹੀਂ। ਆਮ ਨੇਜ਼ਲ ਪੋਲਿਪ ਵੀ ਆਮ ਤੌਰ 'ਤੇ ਕੈਂਸਰ ਨਹੀਂ ਬਣਦੇ। ਤਾਂ ਕੁਛ ਗੱਠਾਂ ਨੇ ਜਿਹੜੀਆਂ ਤਜਰਬੇ 'ਚੋਂ ਮੈਡੀਕਲ ਸਾਇੰਸ ਨੇ ਦੇਖ ਲਿਆ ਕਿ ਇਹ ਕੈਂਸਰ ਬਣਨ ਦੀ ਸੰਭਾਵਨਾ ਰੱਖਦੀਆਂ ਨੇ। ਕੁਛ ਗੱਠਾਂ ਨੇ ਉਹ ਪਈਆਂ ਨੇ ਜਿਵੇਂ ਜਿਹਨਾਂ 'ਚ ਮਰਜ਼ੀ ਬੰਦੇ ਦੇ ਨਾਲ ਹੀ ਉਹ ਖਤਮ ਹੋ ਜਾਂਦੀਆਂ ਨੇ। ਜਦੋਂ ਬੰਦਾ ਮਰ ਗਿਆ ਤਾਂ ਆਪੇ ਗੱਠ ਤਾਂ ਆਪੇ ਮਰ ਗਈ। ਤਾਂ ਉਹ ਜਦੋਂ ਉਹਦੇ ਤੋਂ ਜੇ ਤਾਂ ਹੀ ਡਰੀਦਾ ਜੇ ਉਹ ਕੋਈ ਨੁਕਸਾਨ ਕਰ ਰਹੀ ਹੈ ਤਾਂ, ਜਾਂ ਬਹੁਤ ਵੱਡੀ ਹੋ ਰਹੀ ਹੈ ਤਾਂ। ਸਾਈਜ਼ ਨਾਲ ਕੋਈ ਤਾਲੁਕ ਨਹੀਂ। ਸਾਈਜ਼ ਤਾਂ ਜਿਹੜੀ ਨੌਨ ਕੈਂਸਰਸ ਗੱਠ ਵੀ ਕਾਫੀ ਵੱਡੀ ਹੋ ਜਾਂਦੀ ਕਈ ਵਾਰੀ। ਗੱਲ ਡਿਪੈਂਡ ਕਰਦਾ ਕਿਹੜੇ ਆਰਗਨ 'ਚ ਹੈ। ਵੱਡੇ ਛੋਟੇ ਦੀ ਗੱਲ ਤਾਂ ਉਦੋਂ ਆਊਗੀ ਨਾ ਜੇ ਆਰਗਨ ਓਵਰੀ ਦੀ ਗੱਠ ਹੈ ਫਾਰ ਐਗਜ਼ਾਮਪਲ, ਓਵਰੀ ਦਾ ਕਿੱਡੀ ਕੁ ਵੱਡੀ ਹੋ ਜਾਏਗੀ, ਓਵਰੀ ਇਟਸੈਲਫ ਹੀ ਛੋਟੀ ਜਿਹੀ ਹੈ। ਤਾਂ ਇਸ ਕਰਕੇ ਗੋਲ ਬਲੈਡਰ ਦੀ ਵੀ ਹੈ, ਗੋਲ ਬਲੈਡਰ ਦੀ ਜਿਹੜੀ ਉਹ ਵੱਡੀ ਹੋ ਸਕਦੀ ਹੈ। ਹਾਂ ਨਹੀਂ, ਵੱਡੇ ਪੋਲਿਪ ਬੜੇ ਹੋ ਜਾਂਦੇ ਆ, ਠੀਕ ਹੈ ਗੱਲ, ਪੋਲਿਪ ਬੜੇ ਹੋ ਜਾਂਦੇ ਲੇਕਿਨ ਵੱਡੇ ਹੋਣ ਨਾਲ ਕੈਂਸਰ ਹੋਣ ਦਾ ਜਾਂ ਨਾ ਕੈਂਸਰ ਹੋਣ ਦਾ ਤਾਂ ਕੋਈ ਤਾਲੁਕ ਨਹੀਂ। ਸਪਰੈਡ ਨਾਲ ਤਾਲੁਕ ਹੈ। ਜਿਹੜੀ ਗੱਠ ਆਪਣੀ ਥਾਂ ਤੋਂ ਹੋਰ ਥਾਂ 'ਤੇ ਜਾ ਕੇ ਜੰਮ ਸਕਦੀ ਹੈ, ਸਪਰੈਡ ਹੋ ਸਕਦੀ ਹੈ ਖੂਨ ਰਾਹੀਂ, ਉਹ ਕੈਂਸਰ ਹੈ। ਜਿਹੜੀ ਚੀਜ਼ ਨਹੀਂ ਸਪਰੈਡ ਕਰ ਸਕਦੀ ਉਹ ਨੌਨ ਕੈਂਸਰ ਹੈ। ਅੱਛਾ, ਹੁਣ ਇਹ ਦੱਸੋ ਇੱਕ ਬੋਡੀ ਦੇ ਕਿਹੜੇ ਹਿੱਸੇ ਦੀ ਪੋਲਿਪ ਜਿਹੜੀ ਗੱਠ ਹੈ ਉਹ ਜਿਹੜੀ ਖਤਰਨਾਕ ਮੰਨੀ ਜਾਂਦੀ ਹੈ, ਬਹੁਤ ਖਤਰਨਾਕ ਮੰਨੀ ਜਾਂਦੀ ਹੈ, ਉਹਦੇ 'ਚ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ? ਦੇਖੋ ਗੱਠਾਂ ਜਿਹੜੀ ਇੰਟੈਸਟਾਈਨ ਵਾਲੇ ਪੋਲਿਪਸ ਨੇ, ਇਹਦੇ ਅੰਦਰ ਸੰਭਾਵਨਾ ਹੈਗੀ ਆ। ਇਸੇ ਤਰ੍ਹਾਂ ਮੇਰੇ ਖਿਆਲ 'ਚ ਪੋਲਿਪ ਹੋਰ ਜਿਹੜੇ ਕੈਂਸਰ ਬਣਦੇ, ਹੁਣ ਮੈਨੂੰ ਬਹੁਤਾ ਲਿਸਟ ਹੈਗੀ ਉਹਦੇ 'ਚ ਕੋਈ ਜ਼ਬਾਨੀ ਮੈਨੂੰ ਬਹੁਤਾ ਯਾਦ ਵੀ ਨਹੀਂ ਹੈ। ਗੋਲ ਬਲੈਡਰ ਦੇ ਪੋਲਿਪ ਵੀ ਆ, ਗੋਲ ਬਲੈਡਰ ਦੇ ਪੋਲਿਪ ਅਲਟੀਮੇਟਲੀ ਸਿਸਟ ਉਹ ਬਣ ਸਕਦੇ ਕੈਂਸਰ, ਉਹ ਵੀ ਕੈਂਸਰ ਬਣ ਸਕਦੇ ਆ। ਚਮੜੀ ਵਾਲੇ ਨਹੀਂ ਬਣ ਸਕਦੇ। ਯੂਟਰਸ ਵਾਲੇ ਫਾਈਬਰੋਇਡਸ ਹੁੰਦੇ, ਉਹਨੂੰ ਫਾਈਬਰੋਇਡ ਕਹਿੰਦੇ ਆ, ਉਹ ਵੀ ਕੈਂਸਰ ਬਣਨ ਦੀ ਸੰਭਾਵਨਾ ਮਾੜੀ ਮੋਟੀ ਹੁੰਦੀ ਉਹਨਾਂ 'ਚ, ਬਹੁਤ ਥੋੜ੍ਹੀ, ਬਹੁਤ ਜ਼ਿਆਦਾ ਨਹੀਂ ਹੁੰਦੀ ਉਹਦੇ 'ਚ ਕੈਂਸਰ ਬਣਨ ਦੀ ਸੰਭਾਵਨਾ। ਸੋ ਇਸ ਕਰਕੇ ਗੱਠਾਂ ਜਿਹੜੀਆਂ ਨੇ ਇਹ ਕੁਛ ਜਿਹੜੀਆਂ ਨੇ ਉਹ ਲਿਸਟ ਹੈ ਪੂਰੀ, ਹਰ ਸਿਸਟ ਦੇ ਅੱਗੇ ਉਹਨਾਂ ਨੇ ਲਿਖਿਆ ਹੁੰਦਾ ਵੀ ਇਹ ਪ੍ਰੀ ਕੈਂਸਰਸ ਹੈ ਜਾਂ ਨਹੀਂ ਹੈ। ਕਿਤਾਬਾਂ 'ਚ ਬੁੱਕਸ 'ਚ ਲਿਖਿਆ ਹੋਇਆ ਕਿ ਆਹ ਵਾਲੀ ਗੱਠ ਜੋ ਓਵਰੀ ਦੀ ਗੱਠ ਹੈ ਤਾਂ ਇਹ ਪ੍ਰੀ ਕੈਂਸਰਸ ਹੈ ਜਾਂ ਨਹੀਂ ਹੈ। ਇਹ ਕੋਈ ਨੇਜ਼ਲ ਪੋਲਿਪ ਹੈ ਤਾਂ ਪ੍ਰੀ ਕੈਂਸਰਸ ਹੈ ਜਾਂ ਨਹੀਂ ਹੈ। ਗਾਲ ਬਲੈਡਰ ਦਾ ਪੋਲਿਪ ਹੈ ਤਾਂ ਪ੍ਰੀ ਕੈਂਸਰਸ ਹੈ ਜਾਂ ਨਹੀਂ, ਉਹਦੇ 'ਚ ਤਕਰੀਬਨ ਕਲਾਸੀਫਾਈ ਕੀਤਾ ਹੁੰਦਾ। ਮੈਨੂੰ ਐਟ ਹੈਂਡ ਬਹੁਤਾ ਯਾਦ ਨਹੀਂ ਹੈ ਵੀ ਕਿਹੜੇ ਪੋਲਿਪ ਬਾਰੇ ਕਿੱਦਾਂ ਦੀ ਹੈ। ਅਤੇ ਲੇਕਿਨ ਉਹਦੇ 'ਚ ਤਕਰੀਬਨ ਹਰ ਪੋਲਿਪ, ਹਰ ਜਿਹੜੀ ਨੌਨ ਕੈਂਸਰਸ ਗੱਠ ਹੈ ਉਹਦੇ ਬਾਰੇ ਮੈਡੀਕਲ ਵਿਗਿਆਨ ਨੇ ਤਕਰੀਬਨ ਉਹਨੂੰ ਕਲਾਸੀਫਾਈ ਕੀਤਾ ਹੋਇਆ। ਸੋ ਹੁਣ ਇਹਨੂੰ ਡਾਇਗਨੋਸ ਕਿਵੇਂ ਪਤਾ ਕਿਵੇਂ ਲੱਗੇਗਾ ਕਿ ਇਹ ਪੋਲਿਪ ਜਿਹੜੀ ਹੈ ਇਹ ਬਾਕੀ ਬੋਡੀ ਦੇ ਅੰਦਰ ਪੋਲਿਪ ਹੈ ਜਾਂ ਕੁਛ ਹੋਰ ਹੈ? ਇਹ ਨਹੀਂ, ਉਹ ਤਾਂ ਡਾਇਗਨੋਸਿਸ ਦਾ ਅੰਗ 'ਤੇ ਡਿਪੈਂਡ ਕਰੇਗਾ ਨਾ। ਇੱਕ ਤਾਂ ਅੱਜ ਕੱਲ੍ਹ ਅਲਟਰਾਸਾਊਂਡ ਜੋ ਆ ਗਿਆ ਹੁਣ ਪੇਟ ਦੇ ਪੋਲਿਪ ਵੈਸੇ ਪਤਾ ਲੱਗ ਜਾਂਦੇ ਇੱਦਾਂ, ਕਿਉਂਕਿ ਉਹ ਅਲਟਰਾਸਾਊਂਡ ਦੇ ਵਿੱਚ ਆਉਣਗੇ। ਅਤੇ ਹੁਣ ਜਦੋਂ ਅਲਟਰਾਸਾਊਂਡ ਹੋ ਗਿਆ ਜਾਂ ਕੋਈ MRI ਹੋ ਗਿਆ ਜਾਂ ਕੋਈ CT ਸਕੈਨ ਹੋ ਗਿਆ ਤਾਂ ਉਹਦੇ ਅੰਦਰ ਛੋਟੀ ਤੋਂ ਛੋਟੀ ਉਹਦੀ ਕੈਪੈਸਿਟੀ ਇਹ ਹੈ ਕਿ ਉਹ ਨਿੱਕੀ ਤੋਂ ਨਿੱਕੀ ਚੀਜ਼ ਵੀ ਤੁਹਾਨੂੰ ਦੱਸ ਦੇਣਗੇ। ਇਸ ਕਰਕੇ ਉਹ ਕਈ ਵਾਰੀ ਐਕਸੀਡੈਂਟਲੀ ਪਤਾ ਲੱਗਦਾ। ਬਹੁਤ ਸਾਰੇ ਪੋਲਿਪ ਜਾਂ ਗੱਠਾਂ ਐਕਸੀਡੈਂਟਲੀ ਪਤਾ ਲੱਗਦੀਆਂ ਨੇ। ਸੋ ਡਾਇਗਨੋਸਿਸ ਜਿਹੜੇ ਜੇ ਚਮੜੀ ਥੱਲੇ ਨੇ, ਜਿਵੇਂ ਨਿਊਰੋਫਾਈਬਰੋਸਿਸ ਆ ਤਾਂ ਸਾਡੇ ਹੱਥ 'ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਨੱਕ ਵਾਲੀ ਤਾਂ ਨੱਕ ਬਲੌਕ ਕਰਨ ਲੱਗ ਜਾਂਦੀਆਂ ਨੇ। ਪਿੱਤੇ ਦੀ ਫੰਕਸ਼ਨ ਡਿਸਟਰਬ ਕਰਨਗੇ, ਉਹਦੇ ਆਪਣੇ ਅਲਾਮਤਾਂ ਜਿਹੜੀਆਂ ਜਾਂ ਕਿਤੇ ਅਬਸਟਰਕਸ਼ਨ ਆ ਜਾਏਗੀ। ਯੂਟਰਸ ਦੇ ਫਾਈਬਰੋਇਡ ਨੇ ਤਾਂ ਯੂਟਰਸ ਨੂੰ ਡਿਸਟਰਬ ਕਰਨਗੇ ਜਾਂ ਬਲੀਡਿੰਗ ਡਿਸਆਰਡਰ ਹੋ ਜਾਣਗੇ। ਪੀਰੀਅਡਸ ਠੀਕ ਨਹੀਂ ਹੋਣਗੇ, ਮੁਹਾਵਰੇ ਠੀਕ ਨਹੀਂ ਆਏਗੀ, ਬੱਚਾ ਨਹੀਂ ਹੋਏਗਾ। ਜੋ ਬੱਚਾ ਹੋਏਗਾ ਤਾਂ ਜੇ ਬੱਚਾ ਠਹਿਰ ਗਿਆ ਤਾਂ ਮਾਂ ਨੂੰ ਕੱਲ੍ਹ ਨੂੰ ਡਿਲੀਵਰੀ ਵੇਲੇ ਪ੍ਰੋਬਲਮ ਆਏਗੀ, ਡਿਪੈਂਡ ਕਰਦਾ ਸਾਈਜ਼ 'ਤੇ। ਸੋ ਉਹਦੇ 'ਚ ਕਿੰਨੇ ਇਫਸ ਐਂਡ ਬਟਸ ਨੇ। ਸੋ ਇਸ ਕਰਕੇ ਅਲਾਮਤਾਂ ਜਿਹੜੀਆਂ ਨੇ ਉਹ ਅੰਤੜੀਆਂ ਦੇ ਅੰਦਰ ਪੋਲਿਪ ਹੋ ਜਾਂਦੇ ਆ, ਇੰਟੈਸਟਾਈਨ ਦੇ ਅੰਦਰ ਉਹ ਬਲੀਡ ਕਰ ਜਾਂਦੇ, ਕਈ ਵਾਰੀ ਬਲੀਡਿੰਗ ਹੋ ਜਾਂਦੀ ਹੈ ਉਹਨਾਂ ਦੇ ਅੰਦਰ। ਤਾਂ ਇਹ ਡਿਪੈਂਡ ਕਰਦਾ ਕਿ ਕਿਸ ਅੰਗ ਦਾ ਪੋਲਿਪ ਹੈ, ਕਿੰਨਾ ਵੱਡਾ ਹੈ, ਉਹ ਬਲੀਡ ਕਰ ਰਿਹਾ ਜਾਂ ਨਹੀਂ ਕਰ ਰਿਹਾ, ਉਹ 'ਚ ਕੈਂਸਰ ਬਣਨ ਦੀ ਸਮਰੱਥਾ ਹੈ ਜਾਂ ਨਹੀਂ ਹੈ। ਸੋ ਸਾਰੀਆਂ ਗੱਲਾਂ 'ਤੇ ਡਿਪੈਂਡ ਕਰੇਗਾ ਕਿ ਅਸੀਂ ਉਹਨੂੰ ਸੀਰੀਅਸਲੀ ਲੈਣਾ ਜਾਂ ਨਹੀਂ ਲੈਣਾ। ਲੇਕਿਨ ਅਸੀਂ ਬਾਈ ਐਂਡ ਲਾਰਜ ਗੱਠਾਂ ਬਾਰੇ ਜਿਹੜਾ ਸਾਡਾ ਨੈਚੁਰਲ ਕਿਉਰ ਕਰਦੇ ਹਾਂ ਅਸੀਂ, ਹੋਲ ਬਾਡੀ ਹੀਲਿੰਗ ਹੈ। ਹੋਲ ਬਾਡੀ ਹੀਲਿੰਗ 'ਚ ਅਸੀਂ ਜਿਹੜੀ ਗੱਠ ਕੈਂਸਰ ਨਹੀਂ ਹੈ ਉਹਦੇ ਬਾਰੇ ਅਸੀਂ ਬਹੁਤ ਸਰਜਰੀ ਕਰਵਾਉਣ ਦਾ ਰਿਕਮੈਂਡ ਨਹੀਂ ਕਰਦੇ ਅਨਲੈਸ ਐਂਟਲ ਕੋਈ ਫੌਰੀ ਰਿਸਕ ਹੋਵੇ। ਕਿਉਂਕਿ ਸਾਡਾ ਜਿਹੜਾ ਐਕਸਪੀਰੀਅੰਸ ਕਹਿੰਦਾ ਹੈ ਹੋਲ ਬਾਡੀ ਹੀਲਿੰਗ ਦਾ, ਉਹ ਇਹ ਕਹਿੰਦਾ ਹੈ ਕਿ ਅਸੀਂ ਅਗਰ ਆਪਾਂ ਹੋਲ ਬਾਡੀ ਨੂੰ ਹੈਲਦੀ ਕਰ ਦਈਏ, ਹੋਲ ਬਾਡੀ ਦੀ ਹੈਲਥ ਇੰਪਰੂਵ ਕਰ ਦਈਏ, ਤਾਂ ਇਹ ਗੱਠਾਂ ਜਿਹੜੀਆਂ ਨਾ ਸਲੋਲੀ ਕਰਦੀਆਂ ਖਤਮ ਹੋ ਜਾਂਦੀਆਂ ਨੇ। ਇਸ ਕਰਕੇ ਅਸੀਂ ਪੇਸ਼ੈਂਟ ਨੂੰ ਇਹ ਕਹਿੰਦੇ ਹਾਂ ਜੇ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਤਾਂ ਆਪਣਾ ਤੂੰ ਵੇਟ ਕਰ। ਔਰ ਇਹ ਜਿਹੜਾ ਅਸੀਂ ਅਗਰ ਹੋਲ ਬਾਡੀ ਹੀਲਿੰਗ ਕਰ ਦਈਏ
ਪ੍ਰੀ ਕੈਂਸਰਸ ਵੀ ਕੈਂਸਰ ਨਹੀਂ ਬਣੇਗੀ। ਜਿਹੜੀ ਸਾਡੀ ਬਿਊਟੀ ਜਿਹੜੀ ਹੈ ਹੋਲ ਬਾਡੀ ਹੀਲਿੰਗ ਦੀ, ਹੋਲ ਬਾਡੀ ਹੀਲਿੰਗ ਦੀ ਬਿਊਟੀ ਉਹ ਹੈ ਕਿ ਜੇ ਗਠਰ ਉਸ ਤੋਂ ਜਦੋਂ ਉਹਨੇ ਹੋਲ ਬਾਡੀ ਹੀਲਿੰਗ ਸ਼ੁਰੂ ਕਰ ਲਈ, ਡਾਈਟ ਇੰਪਰੂਵ ਕਰ ਲਈ, ਐਕਸਰਸਾਈਜ਼ ਕਰ ਲਈ, ਹੱਸਣਾ ਸ਼ੁਰੂ ਕਰਤਾ ਜਾਂ ਯੋਗਾ ਕਰਨਾ ਸ਼ੁਰੂ ਕਰਤਾ, ਜਾਂ ਜੋ ਅਸੀਂ 10-12 ਚੀਜ਼ਾਂ ਆਪਣੇ ਕੋਲ ਜਿਹੜੀਆਂ ਹੈਗੀਆਂ ਨੇ ਹੋਲ ਬਾਡੀ ਨੂੰ ਹੈਲਦੀ ਕਰਨ ਦੀਆਂ, ਜਿਹੜਾ ਬੰਦਾ ਉਹ ਕਰਨ ਲੱਗ ਜਾਂਦਾ ਹੈ ਤਾਂ ਉਹਦੇ अगर गठ होएगी भी तो उस तो बाद नहीं कैंसर बनती फिर वो। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਤੁਸੀਂ ਇੰਨੀ ਗਰੰਟੀ ਅਸੀਂ ਪੱਕੀ ਕਹਿ ਸਕਦੇ ਹਾਂ ਕਿ ਕੈਂਸਰ ਪ੍ਰੀਵੈਂਸ਼ਨ 'ਚ ਹੋਲ ਬਾਡੀ ਹੀਲਿੰਗ 100% ਇਫੈਕਟਿਵ ਹੈ। ਕਿ ਹੋਲ ਬਾਡੀ ਹੀਲਿੰਗ ਦਾ ਜਿਹੜਾ ਬੰਦਾ ਪ੍ਰੋਟੋਕੋਲ ਫੋਲੋ ਕਰ ਰਿਹਾ ਹੈ ਉਹਨੂੰ ਕਦੀ ਕੈਂਸਰ ਨਹੀਂ ਹੋ ਸਕਦਾ। ਇਹ ਅਸੀਂ ਈਵਨ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਹੋਲ ਬਾਡੀ ਹੀਲਿੰਗ ਦਾ ਤੁਸੀਂ ਸਾਡਾ ਪ੍ਰੋਟੋਕੋਲ ਫੋਲੋ ਕਰੋ, ਤੁਹਾਨੂੰ ਕਦੀ ਕੈਂਸਰ ਨਹੀਂ ਹੋਏਗਾ। ਪ੍ਰੀਵੈਂਸ਼ਨ ਵਾਸਤੇ ਹੋਲ ਬਾਡੀ ਹੀਲਿੰਗ ਪਰਫੈਕਟ ਹੈ। ਹਾਰਟ ਅਟੈਕ ਤੋਂ ਡਰਦੇ ਹੋ, ਹਾਰਟ ਅਟੈਕ ਨਹੀਂ ਹੋਏਗਾ। बीपी तो डरते हो, बीपी नहीं होएगा। शुगर तो डरते शुगर नहीं होएगा। मोटापे तो डरते मोटापा नहीं होएगा। सो प्रिवेंशन सारिया बीमारियां जिहड़ियां खतरनाक बीमारियां ने ਉਹਦੀ प्रिवेंशन वास्ते होल बॉडी हीलिंग एक वंडरफुल टूल है साडे कोले। जे उस ਜਿਹੜਾ ਬੰਦਾ ਉਹਨੂੰ ਬਿਮਾਰ ਹੋਣ ਤੋਂ ਪਹਿਲਾਂ ਅਡਾਪਟ ਕਰ ਲੈਂਦਾ ਉਹਨੂੰ ਨਹੀਂ ਹੁੰਦਾ। ਤੇ ਸਿਮਿਲਰਲੀ ਗੱਠਾਂ ਜਿਸ ਬੰਦੇ ਜਿਹੜਾ ਬੰਦਾ ਹੋਲ ਬॉडी ਹੀਲਿੰਗ ਕਰ ਰਿਹਾ ਉਹਨੂੰ ਨਵੀਂ ਗੱਠ ਨਹੀਂ ਹੋਏਗੀ ਕੋਈ ਵੀ। ਇਸ ਗੱਲ ਦੀ ਸਾਡੀ ਗਰੰਟੀ ਆ। ਪੁਰਾਣੀਆਂ ਗੱਠਾਂ ਹੌਲੀ ਹੌਲੀ ਘੁਲ ਜਾਣਗੀਆਂ। ਅੱਛਾ, ਹੁਣ ਆਈਏ ਆਪਾਂ ਕਿ ਕੁਛ ਧਾਰਨਾਵਾਂ ਨੇ ਕਿ ਇਹ ਜੀਨਸ ਜਿਹੜੇ ਉਹਦੇ 'ਚ ਜੈਨੇਟਿਕਲੀ ਵੀ ਹੁੰਦੀਆਂ ਨੇ, ਕੁਛ ਧਾਰਨਾਵਾਂ ਨੇ ਮੋਟਾਪੇ ਕਰਕੇ ਹੋ ਜਾਂਦੀਆਂ, ਕੁਛ ਧਾਰਨਾਵਾਂ ਨੇ ਇਹ ਸ਼ੂਗਰ ਵੀ ਇਹਦਾ ਇੱਕ ਕਾਰਨ ਹੁੰਦਾ। ਕੀ ਸੱਚ ਹੈ? हाँ ठीक है, सच हैगा है, लेकिन शायद ये अधूरा सच है। क्योंकि जिस होल बॉडी हीलिंग जी होल बॉडी के सिक होने नाल जो होल बॉडी बिलो नॉर्मल काम कर रही है, पूरी हेल्दी नहीं है, उस करके वो बीमारी भी उस करके हो रही है। इस करके जरूरी नहीं कि डायबिटीज़ करके गट्ठा हो रही हैं। हो सकता है डायबिटीज़ और गट्ठा दोनों ही किसी होर कारण का कारण हो। सो एसोसीएशन हो जाती कई बारी। ਸੰਭਾਵਨਾ ਵੱਧ ਹੈ ਡਾਇਬਟੀਜ਼। ਬਿਲਕੁਲ ਸੰਭਾਵਨਾ ਵੱਧ ਹੈ, ਕਿਉਂਕਿ ਉਹਦੇ ਨਾਲ ਕੀ ਹੁੰਦਾ ਉਹ ਹੋਰ ਵੀਕ ਕਰ ਦਿੰਦੀ ਹੈ ਨਾ। ਜਿਵੇਂ ਡਾਇਬਟਿਕ ਪੇਸ਼ੈਂਟ ਹੈ, ਡਾਇਬਟਿਕ ਪੇਸ਼ੈਂਟ ਹੋਰ ਵੀਕ ਹੋ ਗਿਆ। ਜਦੋਂ ਡਾਇਬਟਿਕ ਨਹੀਂ ਸੀਗਾ ਤਾਂ ਜਿੰਨਾ ਵੀਕ ਉਹ ਸੀਗਾ ਉਦੋਂ, ਤਾਂ ਉਸ ਤੋਂ ਜਦੋਂ ਡਾਇਬਟੀਜ਼ ਹੋ ਗਈ ਉਹਨੂੰ ਤਾਂ ਹੋਰ ਵੀਕ ਹੋ ਗਿਆ। ਉਦੋਂ ਉਹਦੀ ਸੰਭਾਵਨਾ ਵੱਧ ਗਈ ਨਾ। ਮੋਟਾਪਾ ਵੀ ਬਿਲਕੁਲ, ਮੋਟਾਪਾ ਤਾਂ ਬਹੁਤ ਜ਼ਿਆਦਾ ਬੰਦੇ ਦੀ ਇਮਿਊਨਿਟੀ ਨੂੰ ਖਰਾਬ ਕਰਦਾ। ਕਿਉਂਕਿ ਦੇਖੋ ਮੋਟਾਪਾ ਤਾਂ ਕਰੇਗਾ। ਮੰਨ ਲਓ ਇੱਕ ਬੰਦੇ ਦਾ ਜਿਹੜਾ ਐਕਸਪੈਕਟਡ ਵੇਟ 60 ਕਿਲੋ ਹੈ ਟੇਬਲ ਦੇ ਹਿਸਾਬ ਨਾਲ, ਉਹ ਲਈ ਫਿਰਦਾ 80 ਕਿਲੋ। 20 ਕਿਲੋ ਨੇ ਐਕਸਟਰਾ ਪਾਤਾ ਨਾ, ਉਹਦੇ ਲੰਗਸ, ਉਹਦਾ ਹਾਰਟ, ਉਹਦਾ ਬ੍ਰੇਨ, ਉਹਦੀ ਮਸਲ, ਉਹਦੀਆਂ ਹੱਡੀਆਂ, ਹਰ ਚੀਜ਼ ਕਿੰਨੇ ਵਾਸਤੇ ਬਣੀ ਹੋਈ 60 ਕਿਲੋ ਲਈ। ਕੁਦਰਤ ਨੇ ਜਿਹੜੀ ਉਹਦੀ ਮੇਕਅਪ ਉਹਦੀ ਬਾਡੀ ਨੂੰ ਬਣਾਇਆ ਹੈ, ਉਹ ਬਣਾਇਆ 60 ਕਿਲੋ ਦੇ ਹਿਸਾਬ ਨਾਲ। ਪਾਤਾ ਤੁਸੀਂ 80 ਕਿਲੋ ਦੇ ਉੱਪਰ, 20 ਕਿਲੋ ਦਾ ਫਾਲਤੂ ਪਾਇਆ, ਉਹ ਕੀ ਕਰੇਗਾ? ਅਲਟੀਮੇਟਲੀ ਤੁਹਾਡੀ ਹੋਲ ਬਾਡੀ ਹੈਲਥ, ਹੋਲ ਹੈਲਥ ਨੂੰ ਜਿਹੜੀ ਹੈ ਤੁਹਾਡੀ ਹੈਲਥ ਨੂੰ ਖਰਾਬ ਕਰੇਗਾ ਨਾ। ਦੈਟ ਇਜ਼ ਵਾਈ ਜਿਹੜਾ ਮੋਟਾ ਬੰਦਾ ਹੁੰਦਾ ਉਹਨੂੰ ਸਾਰੀਆਂ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ।